ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਉਦਮ ਕਰਤ ਆਨੰਦ ਭਇਆ, ਸਿਮਰਤ ਸੁਖ ਸਾਰ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਰੰਭ ਦੇ ਅੰਦਰ ਇੱਕ ਤੁਕ 'ਚ ਦੋ ਬਖਸ਼ਿਸ਼ਾਂ ਕੀਤੀਆਂ ਨੇ। ਸਤਿਗੁਰੂ ਕਹਿੰਦੇ ਜਦੋਂ ਸੱਚ ਦਾ, ਨਾਮ ਦਾ, ਗੁਰੂ ਦੀ ਉਪਾਸਨਾ ਦਾ ਉਦਮ ਕੀਤਾ, ਉਦਨ ਹਿਰਦੇ ਦੇ ਅੰਦਰ ਸਦੀਵੀ ਆਨੰਦ ਆ ਕੇ ਵਸ ਗਿਆ। ਦੂਜੀ ਬੇਨਤੀ ਗੁਰੂ ਜੀ ਕਹਿੰਦੇ ਸਿਮਰਤ ਸੁਖ ਸਾਰ। ਤੇ ਜਦੋਂ ਭਜਨ ਬੰਦਗੀ ਇਬਾਦਤ ਕੀਤੀ ਤੇ ਸੱਚ ਇਵੇਂ ਆਤਮਕ ਸੁਖ ਪ੍ਰਾਪਤ ਹੋਇਆ। ਸੁਖ ਸਾਰ ਦੇ ਅਰਥ ਨੇ ਸ਼੍ਰੇਸ਼ਟ ਸੁਖ। ਸੰਗਤ ਜੀ, ਸਦੀਵੀ ਸੁਖ, ਨਾ ਮੁੱਕਣ ਵਾਲਾ ਸੁਖ। ਅਕਸਰ ਤੁਸੀਂ ਚਲੋ ਇਹ ਪਦਾ ਪੂਰਾ ਕਰੀਏ, ਜਪ ਜਪ ਨਾਮ ਗੋਬਿੰਦ ਕਾ। ਜਿਉਂ ਆਪਾਂ ਨਾਮ ਦਾ ਅਭਿਆਸ ਕਰਦੇ ਜਾਵਾਂਗੇ, ਗੋਬਿੰਦ ਦੇ ਆਖਰੀ ਅਰਥ ਹੁੰਦੇ ਨੇ ਜਦੋਂ ਅਸੀਂ ਸੰਧੀ ਛੇਦ ਕਰਦੇ ਹਾਂ, ਗੋ ਬਿਨਾ ਧਰਤੀ ਬਿੰਦ ਬਿਨਾ ਰੱਖਿਅਕ, ਕਿ ਇਸ ਧਰਤੀ ਨੂੰ ਬਣਾ ਕੇ ਜੋ ਧਰਤੀ ਦੀ ਰੱਖਿਆ ਕਰਨ ਵਾਲਾ, ਉਸ ਵਾਹਿਗੁਰੂ ਜੀ ਦਾ ਜਦੋਂ ਮੁਖ ਤੋਂ ਨਾਮ ਜਪਦੇ ਹਾਂ, ਪੂਰਨ ਵਿਚਾਰ, ਪੂਰਨ ਦਾ ਭਾਵੇਂ ਪੂਰਿਆ ਹੋਇਆ ਪ੍ਰਮਾਤਮਾ, ਕਣ ਕਣ 'ਚ ਸਮਾਇਆ ਪ੍ਰਮਾਤਮਾ, ਉਸ ਪ੍ਰਮਾਤਮਾ ਦੀ ਜੋ ਅਸਲ ਖੇਡ ਹੈ ਉਹ ਸਮਝ ਆ ਜਾਂਦੀ ਹੈ। ਭਾਵ ਉਹ ਸਿਆਣਪ, ਉਹ ਵਿਚਾਰ ਹਿਰਦੇ 'ਚ ਵਸ ਜਾਂਦੀ। ਜਿਵੇਂ ਇੱਕ ਬਚਨ ਤੁਸੀਂ ਹਰ ਰੋਜ਼ ਪੜ੍ਹਦੇ ਹੋ, ਅੰਮ੍ਰਿਤ ਵੇਲਾ ਸੱਚ ਨਾਉ। ਜਦੋਂ ਨਾਮ ਦਾ ਅਭਿਆਸ ਕੀਤਾ ਉਹ ਵੇਲਾ ਅੰਮ੍ਰਿਤ ਬਣ ਗਿਆ। ਇੱਕ ਤੇ ਅੰਮ੍ਰਿਤ ਵੇਲਾ ਹੈਗਾ ਜੋ ਅਸੀਂ ਉੱਠਦੇ ਹਾਂ, ਪਉ ਫਟਾਲੇ ਜਿਹਨੂੰ ਕਹਿੰਦੇ ਹਾਂ। ਸਤਿਗੁਰੂ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹੀ, ਨਾਮ ਜਪਿਆ, ਗੁਰੂ ਦਾ ਸ਼ੁਕਰਾਨਾ ਕੀਤਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਕਹਿੰਦੇ ਵਾਹਿਗੁਰੂ ਜੀ ਦੀ ਵਡਿਆਈ ਕਰਨ ਨਾਲ ਇਹ ਵਿਚਾਰ, ਇਹ ਗੱਲ ਦੀ ਨੁਕਤੇ ਦੀ ਸਮਝ ਆ ਜਾਂਦੀ ਹੈ ਕਿ ਅਸਲ ਭੇਦ ਕੀ ਹੈ ਸੰਸਾਰ ਅੰਦਰ। ਸੋ ਆਪਾਂ ਨਾ ਪਹਿਲੀ ਤੁਕ 'ਚ ਇੱਕ ਸ਼ਬਦ ਪੜ੍ਹਿਆ, ਉਦਮ ਕਰਤ ਆਨੰਦ ਪਿਆ। ਇੱਥੇ ਅਸੀਂ ਅੱਜ ਥੋੜ੍ਹਾ ਜਿਹਾ ਧਿਆਨ ਦੇਣਾ। ਜਦੋਂ ਅਸੀਂ ਰੋਜ਼ਮਰਾ ਜ਼ਿੰਦਗੀ 'ਚ ਵੇਖਦੇ ਹਾਂ ਸੰਗਤ ਜੀ, ਹਰ ਬੰਦਾ ਕੋਈ ਨਾ ਕੋਈ ਉਦਮ ਹਰ ਰੋਜ਼ ਕਰਦਾ ਅਤੇ ਇੱਕ ਦਿਨ 'ਚ ਕਈ ਉਦਮ ਕਰਦਾ। ਗੁਰੂ ਸਾਹਿਬ ਸੱਚੇ ਪਿਤਾ ਜੀ ਕਹਿੰਦੇ ਫਿਰ ਇਹ ਵੀ ਨਹੀਂ ਕੋਈ ਗੱਲ ਕਿ ਜੇ ਦੁਨਿਆਵੀ ਉਦਮ ਕਰੀਏ ਅਤੇ ਉਹਦੇ ਵਿੱਚੋਂ ਸਾਨੂੰ ਨਫਾ ਨਾ ਮਿਲੇ, ਖੁਸ਼ੀ ਨਾ ਮਿਲੇ, ਹਾਸੇ ਨਾ ਮਿਲਣ, ਵਧਾਈਆਂ ਨਾ ਮਿਲਣ, ਬਹੁਤ ਕੁਝ ਮਿਲਦਾ। ਪਰ ਇੱਕ ਗੱਲ ਗੁਰੂ ਸਾਹਿਬ ਜੀ ਨੇ ਤੋਲੀ ਆ। ਮਹਾਰਾਜ ਕਹਿੰਦੇ ਸਰੀਰ ਕਰਕੇ ਮਨੁੱਖ ਨੇ, ਵੇਖੋ ਇਹ ਹੈ ਧਰਮ ਦੇ ਬਾਹਰੀ ਹੋ ਕੇ, ਨਾਮ ਤੋਂ ਬਾਹਰੀ ਹੋ ਕੇ ਉਦਮ ਕੀਤੇ। ਕੋਈ ਬਿਜ਼ਨਸ ਕੀਤਾ ਜਾਂ ਕੋਈ ਜੋਬ ਵਾਹਿਗੁਰੂ ਜੀ ਨੇ ਬਖਸ਼ੀ, ਕੋਈ ਵੀ ਕਿੱਤੇ ਵਜੋਂ ਅਸੀਂ ਉਦਮ ਕੀਤਾ, ਕਿਸੇ ਥਾਂ 'ਤੇ ਜਾਣ ਦਾ ਉਦਮ ਕੀਤਾ, ਕਿਸੇ ਚੀਜ਼ ਨੂੰ ਛਕਣ ਦਾ ਉਦਮ ਕੀਤਾ। ਮਹਾਰਾਜ ਕਹਿੰਦੇ ਉਸ ਉਦਮ ਵਿੱਚੋਂ ਸਾਨੂੰ ਜ਼ਰੂਰ ਸੁੱਖ ਮਿਲਿਆ, ਆਨੰਦ ਮਿਲਿਆ, ਬੜਾ ਮਨ 'ਚ ਖੇੜਾ ਵੀ ਆਇਆ। ਪਰ ਜੋ ਸੱਚ ਹੈ, ਦੁਨੀਆ ਦੇ ਉਦਮ ਕੀਤਿਆਂ ਜਿਹੜੇ ਆਨੰਦ ਅਤੇ ਸੁੱਖ ਪ੍ਰਾਪਤ ਹੁੰਦੇ ਆ ਉਹ ਥੋੜ੍ਹ ਚਿਰੇ ਹੁੰਦੇ ਆ। ਇਹ ਗੱਲ ਅਸੀਂ ਮੰਨ ਸਕਦੇ ਹਾਂ। ਮਹਾਰਾਜ ਕਹਿੰਦੇ ਉਹ ਸੁੱਟ ਨਾ ਪਾਈਏ, ਪਰ ਉਹ ਉਦਮਾਂ ਵਿੱਚੋਂ ਆਨੰਦ ਜੋ ਮਿਲੇਗਾ ਉਹ ਬਹੁਤ ਥੋੜ੍ਹਾ ਸਮਾਂ। ਕਿੰਨਾ ਕੁ ਮਹਾਰਾਜ ਥੋੜ੍ਹਾ ਸਮਾਂ? ਅਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਵੇਂ ਅੱਖ ਝਮਕਦੇ ਆ ਨਾ ਆਪਾਂ, ਕਿੰਨਾ ਕੁ ਸਮਾਂ ਲੱਗਦਾ, ਬਸ ਦੁਨੀਆ ਦੇ ਉਦਮਾਂ ਵਿੱਚੋਂ ਜਿਹੜੇ ਸੁੱਖ ਨੇ ਉਹ ਇੰਨੇ ਕੀ ਸਮਝਣੇ ਚਾਹੀਦੇ ਆ। ਅਸੀਂ ਇੱਕ ਬਚਨ ਪੜ੍ਹਦੇ ਹਾਂ ਸਤਿਗੁਰੂ ਜੀ ਦਾ। ਗੁਰੂ ਸਾਹਿਬ ਜੀ ਕਹਿੰਦੇ ਅਲਪ ਸੁੱਖ ਭਣੀ ਹੈ। ਜਿਹੜੇ ਦੁਨਿਆਵੀ ਸੁੱਖ ਨੇ ਇਹ ਕੇਵਲ ਅਲਪ ਮਾਤਰ ਨੇ, ਚਲਾਏ ਮਾਨੇ ਸਦੀਵੀ ਸੁੱਖ ਨਹੀਂ। ਪਰ ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਪੜ੍ਹਨ ਦਾ, ਸੰਗਤ ਜੀ ਵੇਖੋ ਅਸੀਂ ਜਦੋਂ ਪ੍ਰਮਾਣ ਲਵਾਂਗੇ ਨਾ, ਦੋ ਪੱਖ ਨੇ ਅੱਜ ਬਾਣੀ ਅੰਦਰ। ਗੁਰੂ ਸਾਹਿਬ ਨੇ ਵੀ ਉਦਮ ਕੀਤਾ ਅਤੇ ਵੱਡੀਆਂ ਵੱਡੀਆਂ ਨਦੀਆਂ ਵੀ ਉਦਮ ਕਰਦੀਆਂ ਨੇ। ਸਤਿਗੁਰੂ ਕਹਿੰਦੇ ਉਦਮ ਦੁਨੀਆ ਦੀ ਤ੍ਰਿਸ਼ਨਾ ਵਿੱਚ ਰਹਿਣ ਵਾਲਾ ਮਨੁੱਖ ਵੀ ਕਰਦਾ, ਅਤੇ ਉਦਮ ਉਹ ਵੀ ਕਰਦੇ ਜਿਹਨੂੰ ਅੱਜ ਮਹਾਰਾਜ ਨੇ ਕਿਹਾ ਉਦਮ ਕਰਤ ਆਨੰਦ ਪਿਆ। ਸਤਿਗੁਰੂ ਦਾ ਇੱਕ ਬਚਨ ਹੈ ਜੀ ਮਹਾਰਾਜ ਦੀ ਬਾਣੀ ਅੰਦਰ, ਜਿਹੜੇ ਰੱਖਿਆ ਕਿ ਸ਼ਬਦ ਪੜ੍ਹਦੇ ਨੇ ਨਾ ਸੋਹਿਲਾ ਸਾਹਿਬ ਦੇ ਨਾਲ, ਬਹੁਤ ਚੰਗੀ ਗੱਲ ਹੈ। ਨਹੀਂ ਪੜ੍ਹਦੇ ਤੇ ਜ਼ਰੂਰ ਪੜ੍ਹਿਆ ਕਰੋ। ਇੱਥੇ ਬਹੁਤ ਵਾਰ ਬੇਨਤੀ ਕੀਤੀ, ਹੋ ਸਕਦਾ ਉਹ ਤੁਹਾਨੂੰ ਪਤਾ ਹੋਵੇ ਜਾਂ ਬਾਅਦ ਵਿੱਚ ਪੁੱਛ ਲਓ ਜੇ ਨਹੀਂ ਪਤਾ। ਤੇ ਗੁਰੂ ਸਾਹਿਬ ਜੀ ਨੇ ਉੱਥੇ ਇੱਕ ਸ਼ਲੋਕ ਸਾਨੂੰ ਬਖਸ਼ਿਆ ਜੀ, ਮਨ ਮੈਂ ਚਿਤਵੋ ਚਿਤਵਣੀ। ਕਹਿੰਦੇ ਆਪਣੇ ਮਨ ਦੇ ਅੰਦਰ ਇੱਕ ਚਿਤਵਣੀ ਹਮੇਸ਼ਾ ਬਣਾ ਕੇ ਰੱਖੀਏ, ਇੱਕ ਯਾਦ ਨੂੰ। ਉਹ ਕਿਹੜੀ ਆ? ਮਨ ਮੈਂ ਚਿਤਵੋ ਚਿਤਵਣੀ, ਉਦਮ ਕਰੋ ਅਠ ਨੀਤ। ਵੇਖੋ ਸ਼ਬਦ ਹੈ ਉਦਮ।
ਮਹਾਰਾਜ ਜੀ ਕਹਿੰਦੇ ਕਿ ਹਰ ਰੋਜ਼ ਇੱਕ ਚਿਤਵਨੀ ਬਣਾਈਏ ਕਿ ਇੱਕ ਉਦਮ ਸਾਨੂੰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ। ਉਹ ਕਿਹੜਾ ਜੀ? ਮਨ ਮੈਂ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ। ਸਤਿਗੁਰੂ ਕਹਿੰਦੇ ਰੱਬ ਦੇ ਕੋਲੋਂ ਇੱਕ ਚਿਤਵਨੀ, ਇੱਕ ਆਪਣੇ ਅੰਦਰ ਇਹ ਦਾਤ ਮੰਗੋ ਕਿ ਮਹਾਰਾਜ ਜੀ ਮੈਂ ਬਹੁਤ ਉਦਮ ਕਰਦਾ ਪਰ ਮੈਨੂੰ ਸਾਰੇ ਉਦਮਾਂ ਵਿੱਚੋਂ ਸ੍ਰੇਸ਼ਟ ਉਦਮ ਰੱਬ ਦੀ ਭਗਤੀ ਦੀ ਦਾਤ ਅੱਜ ਬਖਸ਼ ਦਿਓ, ਕਿਉਂਕਿ ਮੈਂ ਵੀ ਸਦੀਵੀ ਸੁੱਖ ਪਾਣਾ ਚਾਹੁੰਦਾ। ਤੇ ਇਸੇ ਤੁਕ ਦੀ ਪ੍ਰੋੜਤਾ ਮਹਾਰਾਜ ਆਪਣੀ ਬਾਣੀ 'ਚ ਕਰਦੇ, ਉਦਮ ਕਰੋ ਕਰਾਵੋ ਠਾਕੁਰ। ਇਹਨੂੰ ਨਾ ਧਿਆਨ ਨਾਲ ਸੁਣਿਓ। ਜਿਹੜਾ ਪਹਿਲਾ ਸ਼ਬਦ ਹੈ ਨਾ ਉਦਮ ਕਰੋ, ਇਹਦੇ ਊੜੇ ਨੂੰ ਔਂਕੜ ਲੱਗੀ ਆ, ਇਹਨੂੰ ਬਿੰਦੀ ਨਾਲ ਪੜਨਾ ਕਿ ਮੈਂ ਉਦਮ ਕਰਾਂ। ਸਤਿਗੁਰੂ ਹਰ ਇੱਕ ਮਨੁੱਖ ਕਵੇ ਉਦਮ ਕਰੋ ਕਰਾਵੋ ਠਾਕੁਰ, ਪਰ ਮੇਰੇ ਉਦਮ ਦੇ ਵਿੱਚ ਤੇਰੀ ਬਖਸ਼ਿਸ਼ ਹੋਣੀ ਬਹੁਤ ਜ਼ਰੂਰੀ ਆ। ਕਈ ਵਾਰੀ ਆਪਾਂ ਉਦਮ ਕਰੀਏ ਤੇ ਸਾਡੇ ਉਦਮ ਜਿਹੜੇ ਉਹ ਨਿਕਾਸ ਚਲੇ ਜਾਂਦੇ ਆ, ਪਰ ਜਿੱਦਣ ਉਸ ਸਾਡੇ ਉਦਮ 'ਚ ਉਹਦੀ ਬਖਸ਼ਿਸ਼ ਆ ਜਾਵੇ ਉਦਣ ਹਰ ਉਦਮ ਸਿਰੇ ਚੜ੍ਹ ਜਾਂਦਾ। ਇਹਨੂੰ ਕੇਵਲ ਧਰਮ ਨਾਮ ਵਿੱਚ ਲੈਣਾ ਕਿ ਉਦਮ ਕਰੋ ਕਰਾਵੋ ਠਾਕੁਰ ਪੇਖਤ ਸਾਧੂ ਸੰਗ, ਕਿ ਅਸੀਂ ਵਾਹਿਗੁਰੂ ਜੀ ਨੂੰ ਬੜਾ ਨੇੜੇ ਵੇਖ ਸਕੀਏ। ਸ਼ਲੋਕ ਹੈ ਇੱਕ ਸਤਿਗੁਰੂ ਦੀ ਬਾਣੀ ਦਾ, ਉਦਮ ਕਰੇਂਦਿਆਂ ਜੀਓ ਤੂੰ ਹੇ ਮੇਰੀਏ ਜਿੰਦੇ, ਇੱਕ ਉਦਮ ਕਰ ਜੋ ਅੱਜ ਤੈਨੂੰ ਬਾਣੀ ਕਹਿ ਰਹੀ ਹੈ। ਉਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪਹੁੰਚ, ਦੁਨੀਆ ਦਾ ਧਨ ਕਮਾਈਏ ਦੁਨੀਆ ਦਾ ਰਿਜ਼ਕ ਕਮਾਈਏ ਤੇ ਸੱਚ ਐਵੇਂ ਸਾਨੂੰ ਸਰੀਰਕ ਖੁਰਾਕ ਸਰੀਰਕ ਸੁੱਖ ਮਿਲਦੇ ਆ। ਮਹਾਰਾਜ ਕਹਿੰਦੇ ਇਹਨਾਂ ਵਿੱਚ ਰਹਿ ਕੇ ਰੱਬ ਦੀ ਭਗਤੀ ਦੀ ਵੀ ਕਮਾਈ ਕਰ, ਜਦੋਂ ਆਤਮਿਕ ਭੋਜਨ ਛਕੇਗਾ ਤੇ ਤੈਨੂੰ ਸਦੀਵੀ ਆਨੰਦ ਅੱਜ ਗੁਰੂ ਅਰਜਨ ਦੇਵ ਮਹਾਰਾਜ ਬਖਸ਼ ਦੇਣਗੇ। ਉਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪਹੁੰਚ, ਧਿਆਏਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਕਹਿੰਦੇ ਜਿਉਂ-ਜਿਉਂ ਵਾਹਿਗੁਰੂ ਜੀ ਨੂੰ ਧਿਆਉਂਦੇ ਜਾਵਾਂਗੇ, ਆਪਣੇ ਸਿਮਰਨ 'ਚ ਬਾਣੀ 'ਚ ਸ਼ੁਕਰ 'ਚ ਵਾਧਾ ਕਰਦੇ ਜਾਵਾਂਗੇ, ਸੰਗਤ ਜੀ ਉਹਦੇ ਫਲ ਮਹਾਰਾਜ ਨੇ ਇਹ ਦੱਸੇ ਕਿ ਸੱਚ ਐਵੇਂ ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਚਿੰਤ ਦਾ ਭਾਵੇਂ ਚਿੰਤਾਵਾਂ ਚਲੀਆਂ ਜਾਂਦੀਆਂ, ਜੋ ਵਲਾਵਾਂ ਸਾਨੂੰ ਲੱਗੀਆਂ ਸਭ ਚਲੀਆਂ ਜਾਂਦੀਆਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਆਸਾ ਰਾਗ 'ਚ ਇੱਕ ਸ਼ਲੋਕ ਹੈ ਜੀ, ਉਦਮ ਕਰਤ ਆਨੰਦ ਭਿਆ ਦੀ। ਇਸ ਤੁਕ ਦੀ ਵਿਆਖਿਆ ਲਈ ਸਤਿਗੁਰੂ ਕਹਿੰਦੇ ਉਦਮ ਕਰੋ ਵੱਡ ਭਾਗਿਓ ਸਿਮਰੋ ਹਰ ਹਰ ਰਾਏ। ਉਸ ਪਰਮਾਤਮਾ ਰੂਪੀ ਰਾਜੇ ਨੂੰ ਧਿਆਓ ਹੈ ਵੱਡ ਭਾਗੀ ਜਨੋ। ਤੇ ਅਸੀਂ ਪੁੱਛੀਏ ਸਤਿਗੁਰੂ ਜੀ ਜਦੋਂ ਵਾਹਿਗੁਰੂ ਜੀ ਨੂੰ ਧਿਆਨੇ ਆ ਤੇ ਫਿਰ ਵਾਹਿਗੁਰੂ ਜੀ ਨੂੰ ਧਿਆਉਣ ਦਾ ਫਲ ਕੀ ਆ? ਤੇ ਗੁਰੂ ਸਾਹਿਬ ਕਹਿੰਦੇ ਨਾਨਕ ਸੱਚ ਐਵੇਂ ਜਿਸ ਸਿਮਰਤ ਸਭ ਸੁਖ ਹੋਵੇ, ਦੁੱਖ ਦਰਦ ਭਰਮ ਭੁ ਜਾਏ। ਦੁਨੀਆ ਦੇ ਅੰਦਰ ਸੱਚੇ ਪਿਤਾ ਜੀ ਕਹਿੰਦੇ ਇੱਕ ਕਰਮ ਕਰਨ ਦੇ ਨਾਲ ਕੇਵਲ ਹੋ ਸਕਦਾ ਇੱਕ ਚੀਜ਼ ਹੀ ਪ੍ਰਾਪਤ ਹੋਵੇ, ਪਰ ਜਦੋਂ ਅਸੀਂ ਨਾਮ ਦਾ ਉਦਮ ਕਰਾਂਗੇ ਉਸ ਨਾਮ ਦੇ ਉਦਮ ਦੇ ਵਿੱਚੋਂ ਸਾਨੂੰ ਜਿੱਥੇ ਸੁੱਖ ਮਿਲਣਾ ਉੱਥੇ ਭਉ ਤੇ ਭਰਮ ਨੇ ਦੂਰ ਹੋ ਜਾਣਾ। ਇਹ ਬਖਸ਼ਿਸ਼ ਅੱਜ ਗੁਰੂ ਸਾਹਿਬ ਕਰ ਰਹੇ। ਇੱਕ ਅਸੀਂ ਬਾਣੀ ਦੇ ਅੰਦਰ ਇਹ ਵੀ ਤੁਕ ਪੜ੍ਹਦੇ ਹਾਂ ਜੀ, ਕਹਿੰਦੇ ਜਦੋਂ ਗੁਰੂ ਅਮਰਦਾਸ ਸੱਚੇ ਪਿਤਾ ਇਹਨਾਂ ਨੇ ਗੁਰੂ ਬਣਨ ਤੋਂ ਪਹਿਲਾਂ, ਸਿੱਖ ਬਣਨ ਤੋਂ ਪਹਿਲਾਂ, ਗੁਰਮਤਿ ਦੇ ਧਾਰਨੀ ਹੋਣ ਤੋਂ ਪਹਿਲਾਂ ਤਕਰੀਬਨ ਜੇ ਅਸੀਂ ਵੇਖੀਏ ਤੇ 60-62 ਸਾਲ ਉਹਦੇ ਵਿੱਚੋਂ 19-20 ਵਾਰੀ ਇਹ ਤੀਰਥਾਂ ਦੀਆਂ ਯਾਤਰਾਵਾਂ ਤੇ ਗਏ, ਜੋ ਪਿਤਾ ਪੁਰਖੀਆਂ ਦੇ ਕਰਮ ਧਰਮ ਸੀ। ਗੁਰੂ ਸਾਹਿਬ ਜੀ ਜਦੋਂ ਗੁਰੂ ਬਣੇ ਆ, ਧੰਨ ਗੁਰੂ ਅਮਰਦਾਸ ਜੀ ਸਤਿਗੁਰੂ ਜੀ ਗੁਰੂ ਬਣਨ ਤੋਂ ਬਾਅਦ ਫੇਰ ਗਏ, ਪਰ ਦੋਵਾਂ ਯਾਤਰਾਵਾਂ ਵਿੱਚ ਫਰਕ ਬੜਾ ਸੰਗਤ ਜੀ। ਪਹਿਲੀਆਂ ਜੋ ਸਤਿਗੁਰੂ ਜੀ ਨੇ ਤੀਰਥ ਯਾਤਰਾਵਾਂ ਕੀਤੀਆਂ ਉਹ ਪਿਤਾ ਪੁਰਖੀ ਧਰਮ ਨਿਭਾਇਆ ਕਰਮ ਕਾਂਡਾਂ ਵਿੱਚ ਰਹਿ ਕੇ, ਪਰ ਜਦੋਂ ਦੂਜੀ ਵਾਰੀ ਯਾਤਰਾਵਾਂ ਕੀਤੀਆਂ ਉਦੋਂ ਸਾਡੇ ਤੀਜੇ ਗੁਰੂ ਬਣ ਕੇ ਗਏ ਤੇ ਲੋਕਾਂ ਨੂੰ ਇੱਕ ਗੱਲ ਦੱਸੀ, ਮੈਂ ਵੀ ਇੱਥੇ 20 ਵਾਰ ਆਇਆ, ਪਰ ਸੱਚ ਐਵੇਂ ਕੇਵਲ ਗੰਗਾ ਦੇ ਨਹਾਉਣ ਦੇ ਨਾਲ ਆਤਮਿਕ ਮੁਕਤੀ ਤੇ ਸਦੀਵੀ ਆਨੰਦ ਪ੍ਰਾਪਤ ਨਹੀਂ ਹੋਣਾ। ਆਓ ਗੁਰੂ ਸਾਹਿਬ ਕਹਿੰਦੇ ਤੁਹਾਨੂੰ ਉਸ ਮੈਂ ਤੀਰਥ ਨਾਲ ਅੱਜ ਜੁੜਨ ਆਇਆ, ਜਿਸ ਤੀਰਥ ਦੇ ਨਾਲ ਜੁੜ ਕੇ ਸਾਨੂੰ ਅੱਜ ਉਹ ਕੁਝ ਪ੍ਰਾਪਤ ਹੋਵੇਗਾ ਜੋ ਗੁਰੂ ਅਰਜਨ ਦੇਵ ਮਹਾਰਾਜ ਦੇਣਾ ਚਾਹੁੰਦੇ। ਗੁਰੂ ਸਾਹਿਬ ਜੀ ਇਹ ਬਖਸ਼ਿਸ਼ ਕਰਦੇ ਨੇ, ਗਵਾਹੀ ਦਿੰਦੇ ਗੁਰੂ ਰਾਮਦਾਸ ਜੀ, ਕਿਉਂਕਿ ਜਦੋਂ ਸਤਿਗੁਰੂ ਗੁਰੂ ਰਾਮਦਾਸ ਜੀ ਜੇ ਗੁਰੂ ਨਹੀਂ ਨਾ ਬਣੇ ਤੇ ਹਰ ਇੱਕ ਕਰਮ ਦੇ ਨਾਲ ਸਤਿਗੁਰੂ ਅਮਰਦਾਸ ਜੀ ਦੇ ਨਾਲ ਬਾਬਾ ਜੇਠਾ ਜੀ ਰਹਿੰਦੇ ਰਹੇ, ਭਾਵ ਸਾਡੇ ਗੁਰੂ ਰਾਮਦਾਸ ਜੀ। ਤੇ ਉਹਨਾਂ ਨੇ ਬਾਅਦ ਵਿੱਚ ਤੁਖਾਰੀ ਰਾਗ 'ਚ ਸਾਰਾ ਸਤਿਗੁਰੂ ਜੀ ਦੀ ਯਾਤਰਾ ਦਾ ਸਾਨੂੰ ਬਖਸ਼ਿਸ਼ ਕੀਤਾ ਨਾ ਜੀ, ਉਹਦੇ ਵਿੱਚ ਇੱਕ ਤੁਕ ਉਹਨਾਂ ਨੇ ਲਿਖੀ ਜੋ ਅੱਜ ਸਾਡੇ ਇੱਥੇ ਵਿਸ਼ੇ ਦੇ ਕੰਮ ਆਣੀ, ਤੀਰਥ ਉਦਮ ਸਤਿਗੁਰ ਕੀਆ। ਵੇਖੋ ਇੱਕ ਸ਼ਬਦ ਆਪਾਂ ਕੇਵਲ ਲਿਆ ਕਿ ਉਦਮ ਕਰਤ ਆਨੰਦ ਪਿਆ।
ਉੱਥੇ ਗੁਰੂ ਰਾਮਦਾਸ ਜੀ ਕਹਿੰਦੇ ਤੀਰਥ ਉਦਮ ਸਤਿਗੁਰ ਕੀਆ, ਮਨ ਚ ਭਰਮ ਨਾ ਪਾਇਓ ਕਿ ਗੁਰੂ ਵੀ ਤੀਰਥਾਂ ਤੇ ਗਏ। ਨਹੀਂ, ਕਿਉਂ ਗਏ? ਸਭ ਲੋਕ ਉਦਰਨ ਅਰਥਾ, ਕਿ ਲੋਕਾਂ ਦੇ ਉਧਾਰ ਦੀ ਖਾਤਰ ਮਹਾਰਾਜ ਤੀਰਥਾਂ ਤੇ ਗਏ ਤੇ ਉਹਨਾਂ ਨੂੰ ਉਸ ਬਾਣੀ ਦਾ ਹੋਕਾ ਦਿੱਤਾ ਕਿ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਕਿ ਦੁਨੀਆ ਦੇ ਲੋਗੋ ਸੱਚਾ ਤੀਰਥ ਸੱਚਾ ਨਾਮ ਹੈ। ਇੱਕ ਨਾ ਅੱਜ ਜਦੋਂ ਅਰਥ ਵੇਖੇ ਨਾ ਕਿ ਮਹਾਰਾਜ ਜੀ ਕੀ ਕਿਰਪਾ ਕਰੋ ਉਦਮ ਕਰਤ ਆਨੰਦ ਪਿਆ, ਤੇ ਇੱਕ ਸ਼ਬਦ ਆਇਆ ਜੀ ਸਾਹਮਣੇ ਗੁਰੂ ਸਾਹਿਬ ਦਾ, ਜਦੋਂ ਇਹ ਤੀਰਥਾਂ ਦੀ ਗੱਲ ਚੱਲੀ। ਕਹਿੰਦੇ ਗੁਰੂ ਸਾਹਿਬ ਨੇ ਨਾ ਆਪਣੀ ਬਾਣੀ 'ਚ ਇੱਕ ਬੜਾ ਸੋਹਣਾ 4 ਨਦੀਆਂ ਦੇ ਨਾਂ ਲਏ, ਬੜੀਆਂ ਪਵਿੱਤਰ ਨੇ, ਗੰਗਾ, ਜਮੁਨਾ, ਗੋਦਾਵਰੀ ਤੇ ਸਰਸਵਤੀ, ਇਹਨਾਂ ਦੇ ਨਾਮ ਲਏ ਪਿਤਾ ਜੀ ਨੇ। ਤੇ ਗੁਰਬਾਣੀ ਦੇ ਅੰਦਰ ਸਤਿਗੁਰੂ ਕਹਿੰਦੇ ਇਹ 4 ਨਦੀਆਂ ਪਤਾ ਕੀ ਕਰਦੀਆਂ, ਇਕੱਠੀਆਂ ਹੋ ਕੇ ਨਾ ਤੇ ਸਾਧੂਆਂ ਦੇ ਤੀਰਥਾਂ ਦੇ ਉੱਤੇ, ਭਾਵ ਜਿੱਥੇ ਸਾਧੂ ਬਹਿ ਕੇ ਬੰਦਗੀ ਕਰਦੇ ਨੇ ਨਾ, ਉਹਨਾਂ ਦੇ ਉਧਰ ਨੂੰ ਭੱਜਦੀਆਂ ਨੇ। ਉੱਥੇ ਸ਼ਬਦ ਉਦਮ ਵਰਤਿਆ ਮਹਾਰਾਜ ਨੇ। ਕਹਿੰਦੇ ਇਹ ਵੀ ਯਤਨਸ਼ੀਲ ਨੇ, ਇਹ ਵੀ ਉਦਮ ਕਰਦੀਆਂ ਨੇ ਕਿ ਸਾਨੂੰ ਸਾਧੂ ਦੀ ਧੂੜ ਪ੍ਰਾਪਤ ਹੋਵੇ, ਕਿ ਸਾਡੇ ਇਸ ਨਦੀ ਵਿੱਚ ਨਿਰਮਲ ਜਲ ਦੇ ਵਿੱਚ ਆ ਕੇ ਕੋਈ ਸਾਧੂ ਰੱਬ ਦੀ ਭਗਤੀ ਕਰਨ ਵਾਲਾ ਇਸ਼ਨਾਨ ਕਰੇ। ਗੁਰੂ ਜੀ ਨੇ ਪੁੱਛ ਲਿਆ ਕਿ ਤੁਹਾਨੂੰ ਕੀ ਲੋੜ ਪੈ ਗਈ? ਗੰਗਾ ਤੂੰ ਤੇ ਵੈਸੇ ਬੜੀ ਪਵਿੱਤਰ ਹੈ, ਜਮਨਾ ਤੂੰ ਤੇ ਵੈਸੇ ਬੜੀ ਨਾਮਣੇ ਵਾਲੀ ਹੈ, ਜਿਵੇਂ ਗੋਦਾਵਰੀ ਹੈ ਤੇ ਜਿਵੇਂ ਸੱਚ ਇਵੇਂ ਸਰਸਵਤੀ ਹੈ। ਉਹ ਕਹਿਣ ਲੱਗੀਆਂ ਹਾਂ ਸਾਨੂੰ ਲੋਕ ਗੰਗਾ ਮਈਆ ਜ਼ਰੂਰ ਕਹਿੰਦੇ ਆ, ਸਾਡੀ ਲੋਕ ਪੂਜਾ ਜ਼ਰੂਰ ਕਰਦੇ ਆ, ਪਰ ਜੇ ਸੱਚ ਪੁੱਛੇ ਲੋਕ ਪਾਪ ਕਰ ਕਰਕੇ ਜਦੋਂ ਸਾਡੇ 'ਚ ਚੁੱਭੀਆਂ ਲਾਉਂਦੇ ਆ, ਆਪਣੇ ਪਾਪਾਂ ਦੀ ਮੈਲ ਸਾਰੀ ਸਾਡੇ ਨਿਰਮਲ ਜਲ 'ਚ ਪਾ ਜਾਂਦੇ ਆ। ਧਿਆਨ ਨਾਲ ਸੁਣਿਓ, ਕਹਿੰਦੇ ਉਹਨਾਂ ਦੇ ਇਸ਼ਨਾਨ ਕੀਤਿਆਂ ਸਾਡੇ ਜਿਹੜੇ ਪਾਣੀ ਨੇ ਉਹ ਪਾਪਾਂ ਦੇ ਨਾਲ ਦਗਧ ਹੋ ਜਾਂਦੇ ਆ, ਤੇ ਅਸੀਂ ਵੀ ਸਾਧੂ ਦੀ ਧੂੜੀ ਤਾਂ ਮੰਗਦੇ ਆ ਕਿ ਸੱਚ ਐਵੇਂ ਜੋ ਮੈਲ ਸਾਡੇ 'ਚ ਭਰੀ ਆ, ਅਸੀਂ ਉਦਮ ਕਰੀਏ ਸਾਧੂ ਦੇ ਚਰਨਾਂ ਦੀ ਧੂੜੀ ਦੀ, ਤਾਂ ਕਿ ਸਾਡੇ ਵਿੱਚੋਂ ਵੀ ਜੋ ਮੈਲ ਦੀ ਲੇਫ ਚੜੀ ਉਹ ਸਾਰੀ ਧੋਤੀ ਜਾਵੇ। ਇਹ ਦੇਖੋ ਗੁਰੂ ਸਾਹਿਬ ਦੀ ਬਾਣੀ ਦਾ ਤੱਤ ਹੈ ਜੀ। ਗੰਗਾ, ਜਮੁਨਾ, ਗੋਦਾਵਰੀ, ਸਰਸਵਤੀ ਸਭ ਕਰੈ ਉਦਮ। ਤੇ ਇੱਕ ਤੁਸੀਂ ਅੱਖਰ ਦਾ ਧਿਆਨ ਰੱਖਣਾ, ਅੱਜ ਕੇਵਲ ਉਦਮ ਦਾ, ਸਭ ਕਰੈ ਉਦਮ ਧੂਰ ਸਾਧੂ ਕੀ ਨਾਈ ਤਾਈ। ਕਹਿੰਦੇ ਇਹ ਵੀ ਸਭ ਇਹ ਯਤਨ ਕਰਦੀਆਂ ਨੇ, ਉਦਮ ਕਰਦੀਆਂ ਨੇ ਕਿ ਸਾਧੂ ਦੀ ਧੂਰੀ ਪ੍ਰਾਪਤ ਹੋਵੇ। ਕਿਉਂ ਕਰਦੀਆਂ ਨੇ? ਤੇ ਜਵਾਬ ਦੇ ਕੇ ਆਪ ਕਹਿੰਦੀਆਂ ਨੇ ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸੱਚ ਇਵੇਂ ਸਾਧੂ ਕੀ ਧੂਰ ਗਵਾਈ। ਕਹਿੰਦੇ ਆ ਸਾਨੂੰ ਵੀ ਬੜੇ ਮੈਲੇ ਕਰ ਦਿੰਦੇ ਪਾਪੀ ਹਿਰਦੇ ਜਦੋਂ ਸਾਡੇ ਇਸ਼ਨਾਨ ਕਰਦੇ, ਤੇ ਅਸੀਂ ਵੀ ਨਿਰਮਲ ਹੋਣਾ ਮੰਗਦੀਆਂ, ਤੇ ਉਹ ਕਿਵੇਂ ਹੋ ਸਕਦੀਆਂ? ਕੋਈ ਰੱਬ ਦਾ ਪਿਆਰਾ ਸਾਡੇ 'ਚ ਆ ਕੇ ਚੁੱਭੀ ਮਾਰੇ। ਕੌਣ? ਜਿਹੜਾ ਰੋਜ਼ ਵਾਹਿਗੁਰੂ ਜੀ ਨੂੰ ਜਪਦਾ, ਨਾਮ ਦਾ ਅੰਮ੍ਰਿਤ ਪੀਂਦਾ, ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਨਾਲ ਜੁੜਿਆ ਰਹਿੰਦਾ। ਬਾਬੇ ਧਰੂ ਜੀ ਦਾ ਜਦੋਂ ਅਸੀਂ ਜੀਵਨ ਪੜ੍ਹਦੇ ਨਾ ਸੰਗਤ ਜੀ, ਉਹਦੇ ਵਿੱਚ ਵੀ ਇੱਕ ਉਦਮ ਸ਼ਬਦ ਭਾਈ ਗੁਰਦਾਸ ਜੀ ਨੇ ਵਰਤਿਆ। ਭਾਈ ਜੀ ਕਹਿੰਦੇ ਜਦੋਂ ਨਾ ਧਰੂ ਜੀ ਬਚਪਨ 'ਚ 5 ਸਾਲ ਉਹਨਾਂ ਦੀ ਉਮਰ ਮੰਨੀ ਜੀ, ਜਦੋਂ ਇਹ ਘਟਨਾਵਾਂ ਹੁੰਦੀਆਂ ਨੇ, ਕਹਿੰਦੇ ਆਪਣੇ ਪਿਤਾ ਦੀ ਗੋਦ ਵਿੱਚ ਬਹਿ ਗਿਆ ਤੇ ਪਿਤਾ ਜੀ ਤਖਤ 'ਤੇ ਬਿਰਾਜਮਾਨ ਸਨ। ਹੁਣ ਜਦੋਂ ਪਿਤਾ ਦੀ ਗੋਦ ਵਿੱਚ ਬੈਠਾ ਤੇ ਪਿਤਾ ਨੂੰ ਪਤਾ ਸੀ ਮੇਰਾ ਬਿੰਦੀ ਪੁੱਤਰ ਏ, ਤੇ ਉਹਨਾਂ ਨੇ ਲਾਡ ਲਡਾਇਆ, ਤੇ ਜਿਹੜੀ ਮਤਰੇਈ ਮਾਂ ਸੀ ਨਾ ਉਹਨੇ ਬਾਂਹ ਤੋਂ ਫੜ ਕੇ ਇੱਕ ਗੱਲ ਕਹੀ, ਪਰੇ ਮਾਰਿਆ। ਕਹਿੰਦੀ ਜੇ ਬਾਪ ਦੀ ਗੋਦ ਵਿੱਚ ਬਹਿਣਾ ਸੀ ਤੇ ਮੇਰੀ ਕੁੱਖ 'ਚੋਂ ਜੰਮਣਾ ਸੀ। ਮਤਰੇਈ ਮਾਂ ਕਹਿਣ ਲੱਗੀ, ਬੱਚਾ ਸੀ, ਬੜੀ ਮਾਂ ਨੂੰ ਸੱਟ ਲੱਗੀ, ਆਪਣੀ ਮਾਂ ਕੋ ਗਿਆ ਜਿਹਨੇ ਜਨਮ ਦਿੱਤਾ। ਕਹਿੰਦੇ ਮਾਂ ਮੈਨੂੰ ਇੱਕ ਗੱਲ ਦੱਸ। ਕਹਿੰਦੀ ਪੁੱਛ ਪੁੱਤ। ਕਹਿੰਦਾ ਤੂੰ ਇਸ ਘਰ ਦੀ ਨੌਕਰ ਰਾਣੀ ਹੈ ਕਿ ਤੂੰ ਵੀ ਰਾਣੀ ਹੈ? ਕਹਿੰਦੀ ਪੁੱਤ ਰਾਣੀ ਆ, ਰਾਣੀ ਦੀ ਧੀ ਸਾਂ, ਰਾਣੀ ਦੇ ਘਰ ਵਿਆਹ ਕੇ ਆਈ ਆ, ਰਾਣੀ ਆ ਮੈਂ। ਕਹਿਣ ਲੱਗਾ ਫਿਰ ਮੈਂ ਤੇਰੀ ਕੁੱਖ ਤੋਂ ਜੰਮਿਆ ਕੋਈ ਗੁਨਾਹ ਕਰਤਾ ਮਾਂ? ਕਹਿੰਦੀ ਗੱਲ ਕੀ ਹੋਈ? ਕਹਿੰਦਾ ਮੈਂ ਬਾਪ ਦੀ ਗੋਦ ਵਿੱਚ ਕੇਵਲ ਉਹਦਾ ਪਿਆਰ ਲੈਣ ਲਈ ਗਿਆ, ਮਤਰੇਈ ਮਾਂ ਰਾਣੀ ਨੇ ਮੈਨੂੰ ਪਰਾਂ ਚੱਕ ਕੇ ਮਾਰ ਕੇ ਕਿਹਾ ਜੇ ਇੱਥੇ ਬਹਿਣਾ ਸੀ ਤੇ ਮੇਰੀ ਕੁੱਖ 'ਚ ਜੰਮਦਾ। ਰੋ ਕੇ ਮਾਂ ਨੇ ਇੱਕ ਗੱਲ ਕਹੀ, ਕਹਿੰਦੀ ਪੁੱਤ ਮੇਰੇ ਕਰਮਾਂ ਦੀ ਸਜ਼ਾ ਤੈਨੂੰ ਮਿਲ ਰਹੀ ਆ। ਕਹਿੰਦਾ ਮੈਂ ਸਮਝਿਆ ਨਹੀਂ। ਕਹਿੰਦੀ ਰਾਣੀ ਹਾਂ, ਧੀ ਵੀ ਰਾਣੀ ਦੀ ਸਾਂ, ਵਹੁਟੀ ਵੀ ਰਾਣੀ ਦੀ ਬਣੀ, ਪਰ ਕਰਮ ਇੰਨੇ ਮਾੜੇ ਨੇ ਰਾਣੀ ਬਣ ਕੇ ਵੀ ਗੋਲੀਆਂ ਵਰਗੀ ਜ਼ਿੰਦਗੀ ਭੋਗਦੀ ਪਈਆਂ। ਇਹ ਇੱਥੋਂ ਨਾ ਬੜੀ ਵੱਡੀ ਸਿੱਖਿਆ ਮਿਲਦੀ। ਉਹ ਰਾਣੀ ਹੋ ਕੇ ਸੱਚ ਬੋਲ ਗਈ ਆਪਣੇ ਪੁੱਤ ਨੂੰ। ਕਹਿੰਦਾ ਮਾਂ ਫਿਰ ਮੈਨੂੰ ਇੱਕ ਗੱਲ ਦੱਸ, ਜਿਹੜੇ ਤਖਤ ਤੋਂ ਮੈਨੂੰ ਧੱਕੇ ਪਏ ਨੇ ਤਖਤ ਮੈਨੂੰ ਕਿਵੇਂ ਮਿਲੇ?
ਤੇ 2.5 ਮਾਵਾਂ ਵਿੱਚੋਂ ਨਾ ਸੰਗਤ ਜੀ, ਜਦੋਂ ਹਿੰਦੁਸਤਾਨ ਦਾ ਇਤਿਹਾਸ ਪੜ੍ਹੋ, ਸਿੱਖ ਧਰਮ ਨੂੰ ਨਹੀਂ ਨਾਲ ਲੈਣਾ, 2.5 ਮਾਵਾਂ ਦਾ ਜ਼ਿਕਰ ਚੱਲਦਾ। ਉਹਦੇ ਵਿੱਚੋਂ ਇੱਕ ਮਾਂ ਬਾਬਾ ਫਰੀਦ ਜੀ ਦੀ, ਜਿਹਨੇ ਆਪਣੇ ਪੁੱਤ ਨੂੰ ਸੂਫੀ ਸੰਤ ਬਣਾਇਆ। ਇੱਕ ਮਾਂ ਬਾਬੇ ਧਰੂ ਜੀ ਦੀ ਆ। ਤੇ ਅੱਧੀ ਮਾਂ ਤਾਂ ਗੋਪੀ ਚੰਦ ਦੀ ਕਹਿੰਦੇ ਆ ਕਿ ਪਹਿਲਾਂ ਤੋਰ ਦਿੱਤਾ, ਰਾਜ ਭਾਗ ਛਡਾਤੇ ਕਿ ਜਾ ਬੰਦਗੀ ਕਰ। ਪਰ ਜਦੋਂ ਪੁੱਤ ਬੰਦਗੀ ਕਰਨ ਚੱਲਿਆ ਸੀ ਤੇ ਡੋਲ ਗਈ ਸੀ, ਪੁੱਤ ਹੁਣ ਕਦੋਂ ਵੇਖਾਂਗੀ ਤੈਨੂੰ। ਉਹਨੂੰ ਅੱਧੀ ਮਾਂ ਦਾ ਦਰਜਾ ਦਿੱਤਾ ਜਾਂਦਾ। ਪਰ ਦੂਜੇ ਪਾਸੇ ਤੁਸੀਂ ਵੇਖੋ ਨਾ, ਤੇ ਮਾਂ ਗੁਜਰੀ ਦਾ ਸਾਨੀ ਕੋਈ ਨਹੀਂ ਧਰਤੀ ਤੇ, ਉੱਥੇ ਤੇ ਸਾਰੀਆਂ ਮਾਵਾਂ ਦੇ ਸੀਸ ਝੁਕ ਜਾਂਦੇ। ਹੁਣ ਜਿਹੜੀ ਬੇਨਤੀ ਕਰਨੀ ਕਿ ਮਾਂ ਨੇ ਕਿਹਾ ਕਿ ਜੇ ਤੈਨੂੰ ਰਾਜ ਚਾਹੀਦਾ, ਤੇ ਇਹ ਨਹੀਂ ਸੀ ਕਿਹਾ ਰਾਤ ਨੂੰ ਸੁੱਤੇ ਪਿਆ ਬਾਪੂ ਦਾ ਗਲਾ ਵੱਢ ਦੇ, ਨਹੀਂ, ਮਾਂ ਦੇ ਅੰਦਰ ਭਗਤੀ ਸੀ। ਤੇ ਕਹਿਣ ਲੱਗੀ ਪੁੱਤ ਉਸ ਸੱਚੇ ਰਾਜੇ ਦੀ ਭਗਤੀ ਨਾਲ ਜੁੜ ਜਾ, ਦੁਨੀਆ ਦੇ ਰਾਜਗੀ ਤੈਨੂੰ ਤਰਲੋਕੀ ਛਤਰ ਮਿਲ ਜਾਏਗਾ। ਫਿਰ ਧਰੂ ਨੇ ਜੀ ਬੰਦਗੀ ਕਰਨ ਲਈ ਘਰੋਂ ਪੈਰ ਪੁੱਟਣ ਲੱਗਾ। ਵੇਖੋ ਸ਼ਬਦ ਕੇਵਲ ਉਦਮ ਲਿਆ ਆਪਾਂ ਅੱਜ, ਕਿ ਉਦਮ ਜਦੋਂ ਅਸੀਂ ਵੀ ਕਰਾਂਗੇ। ਕਹਿੰਦੇ ਜਦੋਂ ਪਿਤਾ ਨੂੰ ਪਤਾ ਲੱਗਾ ਨਾ ਜੀ ਮੇਰਾ ਵੰਸ਼ਸ਼, ਮੇਰੇ ਤਖਤਾਂ ਤੇ ਬਹਿਣ ਵਾਲਾ, ਮੇਰਾ ਸਭ ਕੁਝ ਸਾਂਭਣ ਵਾਲਾ ਅੱਜ ਸੰਨਿਆਸੀ ਹੋਣ ਲੱਗਿਆ, ਰਾਜ ਭਾਗ ਛੱਡਣ ਲੱਗਿਆ, ਉਹਨੇ ਰੋਕ ਲਿਆ। ਕਹਿੰਦਾ ਪੁੱਤ ਰਾਜ ਨਾ ਛੱਡ ਕੇ ਜਾ, ਮਹੱਲ ਨਾ ਛੱਡ ਕੇ ਜਾ, ਤੈਨੂੰ ਜੋ ਚਾਹੀਦਾ ਮੈਂ ਰਾਜ ਵੀ ਤੈਨੂੰ ਦੇਣ ਨੂੰ ਤਿਆਰ ਹਾਂ। ਧਰੂ ਹੱਸ ਕੇ ਕਹਿਣ ਲੱਗਾ ਵਾਹ ਓ ਰੱਬਾ, ਅਜੇ ਤੇ ਮੈਂ ਬੰਦਗੀ ਕਰਨੀ ਸ਼ੁਰੂ ਨਹੀਂ ਕੀਤੀ, ਕੇਵਲ ਪੈਰ ਹੀ ਪੁੱਟਿਆ ਤੇ ਮੇਰਾ ਪਿਤਾ ਮੈਨੂੰ ਅੱਧਾ ਰਾਜ ਦੇ ਰਿਹਾ। ਮੇਰੀ ਮਾਂ ਸੱਚ ਕਹਿੰਦੀ, ਉਹਦੀ ਭਗਤੀ ਕਰ, ਕੂੜੇ ਰਾਜ ਦੀ ਕੀ ਪਰਵਾਹ ਕਰਦਾ, ਤੈਨੂੰ ਨਿਸ਼ਚਲ ਰਾਜ ਪ੍ਰਾਪਤ ਹੋਵੇਗਾ। ਕਹਿੰਦੇ ਧਰੂ ਨੇ ਇੰਨੀ ਬੰਦਗੀ ਕੀਤੀ ਸੀ। ਤੇ ਜਿਹੜੀ ਭਾਈ ਗੁਰਦਾਸ ਦੀ ਮੈਂ ਤੁਕ ਲੈਣੀ ਆ, ਮਾਂ ਕੋਲ ਆਇਆ ਤੇ ਆ ਕੇ ਕਹਿੰਦਾ ਕਿਸ ਉਦਮ ਤੇ ਰਾਜ ਮਿਲੈ, ਉਦਮ ਕਰਤ ਆਨੰਦ ਪਿਆ, ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਣ ਮੀਤਾ। ਜਿਹੜੀ ਮਾਂ ਮੇਰੀ ਦੁਸ਼ਮਣ ਬਣ ਕੇ ਮੈਨੂੰ ਧੱਕੇ ਮਾਰਦੀ, ਮੇਰੀ ਕਿਵੇਂ ਮਿੱਤਰ ਬਣੇ, ਕਿਵੇਂ ਮੈਨੂੰ ਪਿਆਰ ਕਰੇ। ਤੇ ਮਾਂ ਕਹਿੰਦੀ ਪਰਮੇਸ਼ਰ ਆਰਾਧੀਐ, ਜਿੱਦੂ ਹੋਈਐ ਪਤਤ ਪੁਨੀਤਾ। ਮੈਂ ਕਹਿੰਦਾ ਅੱਜ ਇਹੋ ਜਿਹੀਆਂ ਮਾਵਾਂ ਦੀ ਲੋੜ ਹੈ ਹਰ ਬੱਚੇ ਨੂੰ ਸੰਗਤ ਜੀ, ਜੋ ਆਪਣੇ ਬੱਚਿਆਂ ਨੂੰ ਇੱਕ ਚੰਗੀ ਸੁਮਤ, ਚੰਗਾ ਗਿਆਨ ਦੇ ਸਕਣ। ਉਹੀ ਦੇ ਸਕਦੀ ਆ ਜੋ ਖੁਦ ਬਾਣੀ ਦੇ ਪਹਿਰੇ 'ਚ ਹੋਵੇਗੀ। ਸਤਿਗੁਰੂ ਸੱਚੇ ਪਿਤਾ ਜੀ ਕਹਿੰਦੇ ਉਸ ਧਰੂ ਨੂੰ 5 ਵਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਕਹਿੰਦੇ ਉਹਨੂੰ ਉਹ ਦਾਤ ਪ੍ਰਾਪਤ ਹੋਈ ਸੀ। ਸੋ ਆਪਾਂ ਫਿਰ ਮੁੜੀਏ ਕਿ ਉਦਮ ਕਰਤ ਆਨੰਦ ਪਿਆ। ਇੱਕ ਨਾ ਵੈਸੇ ਚਲੋ ਅਸੀਂ ਦੁਨਿਆਵੀ ਆ ਸਾਰੇ, ਅਰਥ ਤੇ ਅਸੀਂ ਵੀ ਸੁਣਾ ਦੇਣੇ, ਪਰ ਹੈ ਸਾਰੇ ਅਸੀਂ ਇੱਕੋ ਵਰਗੇ ਹੀ ਆ ਕਿ ਉਹਨਾਂ ਭਰੋਸਾ ਨਹੀਂ ਸਾਨੂੰ ਬਾਣੀ ਤੇ ਆਂਦਾ ਇਹ ਸੱਚੀ ਗੱਲ। ਉਹ ਕਿਹੜੀ ਗੱਲ ਸੱਚ? ਤੁਸੀਂ ਇਹ ਪੰਕਤੀ ਸਾਰੀ ਬਹੁਤ ਸੌਖੀ ਹੈ, ਰਾਗ ਗੂਜਰੀ ਦੇ ਸਿਰਲੇਖ ਹੇਠ ਤੇ ਅਸੀਂ ਰੋਜ਼ ਪੜ੍ਹਦੇ ਹਾਂ। ਤੇ ਉੱਥੇ ਵੀ ਗੁਰੂ ਜੀ ਨੇ ਉਦਮ ਸ਼ਬਦ ਵਰਤਿਆ। ਮਹਾਰਾਜ ਕਹਿੰਦੇ ਕਿ ਤੂੰ ਨਾ ਆਪਣੇ ਰਿਜ਼ਕ ਦਾ ਝੋਰਾ ਨਾ ਕਰਿਆ ਕਰ। ਗੁਰੂ ਸਾਹਿਬ ਕਹਿੰਦੇ ਕਿ ਐ ਮਨ ਤੂੰ ਬਿਲਕੁਲ ਚਿੰਤਾ ਨਾ ਕਰਿਆ ਕਰ, ਹਾਂ ਮਿਹਨਤ ਕਰਨੀ ਤੇਰਾ ਫਰਜ਼ ਹੈ, ਯਤਨਸ਼ੀਲ ਰਹਿ, ਜੋ ਬਣਨਾ ਚਾਹਨਾ ਉਧਰ ਨੂੰ ਤੁਰਿਆ ਚੱਲ, ਪਰ ਚਿੰਤਾ ਨਾ ਕਰਿਆ ਕਰ ਹਾਏ ਮੇਰਾ ਕੀ ਬਣੇਗਾ, ਹਾਏ ਮੇਰਾ ਕੁਝ ਬਣੇਗਾ ਵੀ। ਗੁਰੂ ਸਾਹਿਬ ਜੀ ਇਹ ਕਿਉਂ ਤੁਸੀਂ ਕਹਿ ਰਹੇ ਹੋ? ਪੰਚਮ ਪਿਤਾ ਦਾ ਇਹ ਬਚਨ। ਮਹਾਰਾਜ ਕਹਿੰਦੇ ਮੈਂ ਤਾਂ ਕਹਿ ਰਿਹਾ ਕਿ ਜਿੰਨੀ ਸ੍ਰਿਸ਼ਟੀ ਪ੍ਰਮਾਤਮਾ ਨੇ ਬਣਾਈ ਨਾ, ਉਹਨੂੰ ਸਾਡਾ ਫਿਕਰ ਲੱਗਾ ਹੋਇਆ ਕਿ ਜਿਹਨੂੰ ਮੈਂ ਪੈਦਾ ਕਰਕੇ ਭੇਜਿਆ ਇਹਨੂੰ ਮੈਂ ਕੁਝ ਦੇਣਾ ਹੈ। ਵੇਖੋ ਇਹ ਕਮਾਲ ਦੀ ਪੰਕਤੀ ਆ। ਤੇ ਤੁਸੀਂ ਮੈਂ ਰੋਜ਼ ਪੜ੍ਹਦੇ ਹਾਂ, ਪਰ ਨਾ ਮੈਨੂੰ ਇੰਨਾ ਭਰੋਸਾ ਆਉਂਦਾ। ਡੋਲ ਅਸੀਂ ਵੀ ਜਾਣਦੇ ਹਾਂ ਡੋਲ, ਕਿਉਂਕਿ ਅਵਸਥਾ ਨਹੀਂ ਨਾ ਇੰਨੀ। ਹੁਣ ਉਹ ਤੁਕ ਕਿਹੜੀ ਆ? ਸਾਰੇ ਪੜਿਓ, ਕਾਹੇ ਰੇ ਮਨ, ਬੋਲੋ ਸਾਰੇ, ਕਾਹੇ ਰੇ ਮਨ ਚਿੱਤ ਵੈ ਉਦਮ। ਇਹ ਦੇਖੋ ਉਦਮ ਸ਼ਬਦ ਅਸੀਂ ਕੇਵਲ ਲਿਆ ਇਸ ਤੁਕ ਚੋਂ। ਕਾਹੇ ਰੇ ਮਨ ਚਿੱਤ ਵੈ ਉਦਮ, ਜਾਂ ਆਹਰ ਹਰ ਜੀਉ ਪਰਿਆ। ਪਰਿਆ ਦਾ ਭਾਵ ਹੈ ਪਿਆ ਹੋਇਆ। ਤੇਰੇ ਆਹਰ ਦਾ ਫਿਕਰ ਤੇ ਰੱਬ ਨੂੰ ਹੈ। ਮਣਾ ਤੈਨੂੰ ਫਿਕਰ ਹੋਣਾ ਚਾਹੀਦਾ ਮੈਂ ਰੱਬ ਦਾ ਗੁਣ ਕਿੱਦਾਂ ਗਾਵਾਂ। ਜੇ ਭਰੋਸਾ ਕਰੀਏ ਨਾ ਇਸ ਪੰਕਤੀ ਤੇ, ਬੜੀਆਂ ਚਿੰਤਾਵਾਂ ਜਾ ਸਕਦੀਆਂ ਸਾਡੀਆਂ, ਬਹੁਤ ਚਿੰਤਾਵਾਂ। ਪਰ ਉਹ ਤੇ ਗੁਰੂ ਮਿਹਰ ਕਰੇ, ਬਾਣੀ ਪੜ੍ਹੀਏ, ਰੱਜ ਕੇ ਨਾਮ ਜਪੀਏ ਤੇ ਅਵਸਥਾ ਬਣ ਆਵੇ ਕਿ ਸੱਚੀ ਪਰਮਾਤਮਾ ਸਾਡੇ ਆਹਰ 'ਚ ਲੱਗਾ। ਬਿਲਕੁਲ ਲੱਗਿਆ ਜੀ। ਦੁਨਿਆਵੀ ਮਾਪਿਆਂ ਨੂੰ ਫਿਕਰ ਹੁੰਦਾ ਨਾ ਸਾਡੀ ਔਲਾਦ ਸਮੇਂ ਨਾਲ ਸੈੱਟ ਹੋ ਜੇ। ਸੰਗਤ ਜਿਹਨੂੰ ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ ਕਹਿੰਦੇ, ਉਹ ਵੀ ਨਹੀਂ ਧੱਕੇ ਪਾਉਣਾ ਚਾਹੁੰਦਾ ਆਪਣੀ ਬਣਾਈ ਹੋਈ ਸ੍ਰਿਸ਼ਟੀ ਦੇ ਪੁੱਤਾਂ ਧੀਆਂ ਨੂੰ। ਸੋ ਗੁਰੂ ਸਾਹਿਬ ਕਹਿੰਦੇ ਕਾਹੇ ਰੇ ਮਨ ਚਿੱਤ ਵੈ ਉਦਮ, ਜਾਂ ਆਹਰ ਹਰ ਜੀਉ ਪਰਿਆ। ਇੱਕ ਬਚਨ ਹੋਰ ਲੈਣਾ, ਫਿਰ ਅਸੀਂ ਘਟਨਾ ਵੱਲ ਆਉਂਦੇ ਹਾਂ। ਗੁਰੂ ਰਾਮਦਾਸ ਜੀ ਦਾ ਇਹ ਬਚਨ ਨੇ। ਸਤਿਗੁਰੂ ਜੀ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਜਿਹੜਾ ਇਹ ਕਹਿੰਦਾ ਨਾ ਛਾਤੀ ਠੋਕ ਕੇ ਮੈਂ ਜੀ ਬਾਬੇ ਨਾਨਕ ਦਾ ਸਿੱਖ ਹਾਂ,
महाराज कहते तेरे कोल पहला लैसन होना चाहिए, तू अमृत वेला सामभदा होवे, भावें थोड़ा साम, भावें 2-4 मिनट, भावें अद्धा घंटा, पर जरूर सामभदा होवे। तेरे विच ते आम लुकाई च ही फर्क होना चाहिए कि जदों दुनिया सुती होवे मेरे सिख दा चौंकड़ा लगा होवे। संगत जी तां ही है ना कि असीं कहने आ फलाणे ते इन्नी किरपा, फलाना बंदगी करदा, भावें दुनिया दा धन थोड़ा पर उहदे घर ते खेड़े बड़े आ, उहदे चेहरे ते कदे झोरे नहीं। क्यों? क्योंकि उहने गुरु दी गल मन के अमृत वेला साम लिया। असीं धन सामिया, धीआं पुत्त सामे, रिजक सामे, बिजनेस सामे, बहुत कुछ सामिया, साडा अमृत वेला जिन्ना विच ही किते गवाच गया। पर जिहड़े गुरु दे प्यारे ने वो कहते महाराज जी तुहाडा दिता भी सब कुछ सामांगे, पर तुहाडे शुकराने लई अमृत वेला भी नहीं गवाना। ये गुरु साहब दा बचन है कि गुर सतगुर का जो सिख अखाए, जिहड़े भी अपने आप नूं कहंदे असीं सिख हां जी गुरु दे, ते गुरु दा सिख 9-9 बजे तक थोड़ी सुता रहे। फिर सतगुरु कहंदे सो भल के उठ हर नाम ध्यावै, भल के उठे ते उठ के नाम ध्यावे, जो मंत्र उन्होंने गुरु साहब ने दिता है। अगली तुक च साडा शब्द आ जाना, उद्यम करे भल के प्रभाती, इशनान करे अमृत सर नहावै। इत्थे अमृत सर दरबार साहब का जिक्र नहीं, इत्थे भावे नाम रूपी अमृत दे सरोवर च इशनान करे। वो इशनान है साडी सुरत दा, साडी आत्मा दा। सो ये अज दे असीं बचन ले। हुण थोड़ा जना उन्हां दी गल भी महाराज ने कीती आ। गुरु साहब कहंदे कि बड़े लोग ने इस धरती ते जिहड़े भी उद्यम च रहिंदे सारी दिहाड़ी, ये भी सब कुछ बाणी च आया जी कि सच है। वो जदों असीं बचन पढ़ांगे, उद्यम करे स्वान की न्याई, चारे कुंटा घोखा। ਇਹਦਾ ਇਹ ਭਾਵ ਹੈ ਸਵਾਨ ਕਹਿੰਦੇ ਕੁੱਤੇ ਨੂੰ ਸੰਗਤ ਜੀ, ਕਿ ਜਿਵੇਂ ਕੁੱਤੇ ਦੀ ਬਿਰਤੀ ਬੜੀ ਲਾਲਚੀ ਹੁੰਦੀ ਨਾ, ਉਹਨੂੰ ਸਾਰੀ ਦਿਹਾੜੀ ਖਾਣ ਦੀ ਪਈ ਰਹਿੰਦੀ, ਕਿਤੇ ਇੱਧਰ ਮੂੰਹ ਕਦੇ ਇੱਧਰ। ਕਹਿੰਦੇ ਦੁਨੀਆ 'ਚ ਵਕਾਰੀ ਜਿਹੜੀਆਂ ਰੂਹਾਂ ਹੁੰਦੀਆਂ ਨੇ, ਵਕਾਰੀ ਮਨੁੱਖ ਹੁੰਦੇ ਨੇ, ਉਹਨਾਂ ਨੂੰ ਵੀ ਦੁਨੀਆ ਦੇ ਖਾਣ ਪੀਣ ਪਹਿਰਾਣ ਦਾ ਹੀ ਉਦਮ ਲੱਗਾ ਰਹਿੰਦਾ। ਉਹ ਇਹ ਉਦਮ ਨਹੀਂ ਕਰਦੇ ਕਿਹੜਾ, ਸਗਲ ਉਦਮ ਮੈਂ ਉਦਮ ਭਲਾ, हर का नाम जपो जी सदा। वो विरले ने जिहड़े इधर आउंदे। सतगुरु सच्चे पिता जी कहंदे उद्यम करें अनेक, हर नाम ना गावही। बड़े उद्यम करदा वो शरीर, बहुत उद्यम करदा। असीं कहने फलाना ते टेके नहीं बहिंदा, पर महाराज कहंदे हर नाम ना गावही। दुनिया दे उद्यम बहुत कीते, पर रब दे गुण वाला ते उद्यम कीता नहीं। एक होर बचन चेते आया, चलो इहदे अर्थ भी करिए। उद्यम दे उत्ते केवल गुरु रामदास जी का बचन तो इन्नी सोहनी धारण किसान की दिती। कहते कि जे नाम जपना ना तो अपने नेड़े तेड़े रहन वाले लोगों तो भी सीख सकदा तू गुण। किहड़ा महाराज? कहते कि किसान नूं वेख्या कर, जिहदे कोल वेखो पहलियां उदाहरणां ने, क्योंकि अजकल जिहड़े हल सी वो बलद ट्रैक्टर बन गए साडे। कहते कि एक किसान जिहदे कोल थोड़ी आ बहुती आ, अपने धीआं पुत्रां नूं चंगी परवरिश, चंगा धन रिजक सुख देण दे लई कहते सारी दिहाड़ी अनथक मेहनत करदा। कहते हल जोंदा, वांदा, सुहागा मारदा, फसल बीजदा, वढदा। ते कहते जे उहनूं पुछो कि तू ये सब कुछ क्यों करदा, वो कहंदा मैं तां करदा कि दुख भावें मैं चालां पर मेरे धीआं पुत्त जिहड़े वो बह के खा सकण। ये बाणी च धी पुत्त शब्द वरतिया। हुण गुरु साहब ने उत्थे उद्यम शब्द वरतिया। कहंदे तू एक किसान वर्गा उद्यमी बन। जिवें किसान नूं वेखो अजकल ते वैसे सियाल दे दिन ने, किन्नी ठंड पै रही है ना, असीं रजाइयां 'च सुत्ते आ, बेचारे 2-2 वजे ट्रैक्टरां ते चढ़े हुंदे आ, इन्नी धुंद 'च कि उन्होंने अपनी फसल सामनी आ। जिहड़ी फसल नूं 6 महीने उन्होंने साम्भिया हुंदा, उहनूं पहुँचाणी आ हुण टिकाणे। हुण ये गल्लां बाणी च आईयां। महाराज सच्चे पिता कहंदे किरसानी किरसान करे, लोचा जियो लाए, कि उहनूं कोई ठंड नहीं, कोई पाला नहीं। ਉਹਨੂੰ पता मैं ये धन कमावांगा, मेरे घर रिजक आऊगा। कहते सिखा एक धन कमाउण वाला दुनिया का किसान ठंड नहीं वेखदा, गर्मी नहीं वेखदा, अपना कर्म करदा। तू भी ठंड गर्मी ना वेख, उठ के चौंकड़ा मार रजाई च गुरु गुरु करया कर। वेखो कित्थों उधार लई महाराज जी ने। सतगुरु कहते किरसानी किरसान करे, लोचा जियो लाए, हल जोता उद्यम करे। कहते हल जोंदा भाई, अज ट्रैक्टर चलते आ, हल जोता उद्यम करे। वेखो शब्द आ गया उद्यम। मेरा पुੱਤ ती खाए त्यों हर जन हर हर नाम। सतगुरु कहते उस परमात्मा का जपे, सच एवे फिर की होवेगा, हर अंत छडाए। परमेश्वर का जपिया नाम सानू अंत वेले जम्मा दी मार च नहीं पैन दऊगा। ये असी एक अखर दे अज अर्थ कीते। एक घटना आओ बाजां वाले दी सिफत विच जी। गुरु गोबिंद सिंह सच्चे पिता
ਆਨੰਦਪੁਰ ਸਾਹਿਬ ਵਿਰਾਜੇ ਨੇ ਤੇ ਸਤਿਗੁਰੂ ਜੀ ਕੋਲ ਨਾ ਜੀ ਇੱਕ ਕਵੀ ਆਇਆ ਚੱਲ ਕੇ, ਇਹਦਾ ਨਾਮ ਇਤਿਹਾਸ 'ਚ ਕਵੀ ਹੰਸ ਰਾਮ ਆਇਆ ਜੀ। 52 ਕਵੀਆਂ 'ਚ ਇੱਕ ਕਵੀ ਹੋਏ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਸ਼ਾਮਾਂ ਦੇ 4 ਵਜੇ ਕਵੀ ਦਰਬਾਰ ਲਾਉਂਦੇ ਹੁੰਦੇ ਸੀ। ਕਵੀ ਦਰਬਾਰ ਮਹਾਰਾਜ ਨੇ ਪਾਉਂਟਾ ਸਾਹਿਬ ਵੀ ਲਾਇਆ, ਕਵੀ ਦਰਬਾਰ ਲੱਖੀ ਜੰਗਲ ਲਾਇਆ, ਕਵੀ ਦਰਬਾਰ ਆਨੰਦਪੁਰ ਸਾਹਿਬ ਲਾਇਆ ਤੇ ਕਵੀ ਦਰਬਾਰ ਮਹਾਰਾਜ ਨੇ ਨੰਦੇੜ ਦੀ ਧਰਤੀ ਤੇ ਵੀ ਲਾਇਆ ਜਾ ਕੇ। ਕਹਿੰਦੇ ਸਿੱਖ ਕੋਲ ਆ ਕੇ ਨਾ ਜਿਹੜਾ ਇਹ ਸਭ ਅਨਾਊਂਸਮੈਂਟ ਜਿਵੇਂ ਸਟੇਜ ਸੈਕਟਰੀ ਹੁੰਦੇ ਆ ਤੇ ਆ ਕੇ ਕਹਿਣ ਲੱਗਾ ਜੀ ਕਵੀ ਦਰਬਾਰ ਕਦੋਂ ਲੱਗਦਾ। ਬੜਾ ਗਰੀਬ ਸੀ, ਮੈਲੇ ਕੁਚੈਲੇ ਕੱਪੜੇ, ਟੁੱਟਾ ਜੋੜਾ ਪਾਇਆ, ਟੇਢੀ ਜੀ ਦਸਤਾਰ ਸਿਰ ਤੇ। ਉਹ ਕਹਿਣ ਲੱਗਾ ਤੁਸੀਂ ਕੌਣ? ਕਹਿੰਦਾ ਜੀ ਮੈਂ ਕਟੋਚ ਰਿਆਸਤ ਤੋਂ ਆਇਆ, ਕਹਿਲੂਰ ਤੋਂ ਅੱਗੇ ਪੈਂਦੀ ਆ, ਪਹਾੜੀਆਂ ਨਿਕਲ ਕੇ ਸ਼ਿਵਾਲਕ। ਕਹਿਣ ਲੱਗੇ ਮੈਂ ਕਵੀ ਹਾਂ ਤੇ ਮੈਨੂੰ ਵੀ ਮੌਕਾ ਦਿੱਤਾ ਜਾਏ, ਮੈਂ ਕਵਿਤਾ ਬੋਲਣੀ ਹੈ। ਹੁਣ ਉਹ ਸਿੱਖ ਕਹਿੰਦਾ ਆਪਣੇ ਹਾਲ ਵੇਖੇ, ਤੇਰੇ ਕੱਪੜਿਆਂ 'ਚ ਬਦਬੂ ਆ ਰਹੀ, ਜੋੜਾ ਟੁੱਟਾ ਪਾਇਆ, ਦਸਤਾਰ ਸਿਰ ਤੇ ਸਹੀ ਨਹੀਂ, ਤੂੰ ਕਿੱਥੋਂ ਦਾ ਕਵੀ ਹੋਇਆ? ਦੂਜਾ ਸਿੱਖ ਆਇਆ, ਉਹ ਕਹਿਣ ਲੱਗਾ ਹੋਇਆ ਕੀ? ਕਹਿੰਦਾ ਜੀ ਇਹ ਕਹਿੰਦਾ ਮੈਂ ਕਵੀ ਹਾਂ ਤੇ ਮੈਂ ਕਵਿਤਾ ਬੋਲਣੀ ਆ। ਕਹਿੰਦੇ ਮਹਾਰਾਜ ਸੱਚੇ ਪਿਤਾ ਕੋਲ ਗੱਲ ਪਹੁੰਚੀ। ਗੁਰੂ ਸਾਹਿਬ ਕਹਿੰਦੇ ਇਹ ਤਾਂ ਘਰ ਹੀ ਗਰੀਬ ਨਵਾਜ਼ਾਂ ਦਾ, ਇਹ ਜ਼ਰੂਰ ਮੌਕਾ ਦਿਓ। ਸੰਗਤ ਜੀ ਸਤਿਗੁਰੂ ਦੀ ਹਜ਼ੂਰੀ ਆਇਆ ਤੇ ਮਹਾਰਾਜ ਸੱਚੇ ਪਿਤਾ ਕਹਿਣ ਲੱਗੇ ਕੀ ਨਾਂ ਤੇਰਾ? ਕਹਿੰਦਾ ਮਹਾਰਾਜ ਗਰੀਬਾਂ ਦੇ ਕਾਹਦੇ ਨਾਂ ਹੁੰਦੇ ਆ, ਗਰੀਬਾਂ ਦਾ ਵੀ ਕੋਈ ਲੋਕ ਇੱਜ਼ਤ ਸਤਿਕਾਰ ਕਰਦੇ। ਮਹਾਰਾਜ ਕਹਿੰਦੇ ਫਿਰ ਵੀ? ਕਹਿੰਦੇ ਮਹਾਰਾਜ ਮੇਰੇ ਮਾਪਿਆਂ ਨੇ ਤੇ ਨਾ ਮੇਰਾ ਹੰਸ ਰਾਮ ਰੱਖਿਆ ਸੀ, ਪਰ ਅੱਜ ਤੱਕ ਮੈਂ ਸੁਣਿਆ ਨਹੀਂ ਮੁੱਖ ਤੋਂ। ਮੈਨੂੰ ਲੋਕ ਮੇਰਾ ਮਖੌਲ ਉਡਾਉਂਦੇ ਤੇ ਹੰਸੂ ਹੰਸੂ ਕਹਿੰਦੇ ਆ, ਉਹ ਹੰਸੂ ਆ ਗਿਆ, ਹੰਸੂ ਆ ਗਿਆ। ਗੁਰੂ ਸਾਹਿਬ ਜੀ ਨਾ ਬੜੇ ਗੰਭੀਰ ਹੋ ਗਏ। ਕਹਿੰਦੇ ਕਵਿਤਾ ਪੜ੍ਹ ਲੈਣਾ? ਕਹਿੰਦਾ ਹਾਂ ਮਹਾਰਾਜ ਜੀ। ਸੱਚੇ ਪਿਤਾ ਨੇ ਕਿਹਾ ਹੰਸ ਰਾਜ ਜੀ ਆਓ ਸਾਡੇ ਦਰਬਾਰ 'ਚ ਕਥਾ ਅੱਜ ਕਵਿਤਾ ਸੁਣਾਓ। ਜਦੋਂ ਹੰਸ ਰਾਮ ਜੀ ਸੁਣਿਆ ਨਾ ਜੀ ਅੱਖਾਂ ਸੇਜਲ ਹੋ ਗਈਆਂ। ਕਹਿੰਦਾ ਮਹਾਰਾਜ ਇੰਨਾ ਸਤਿਕਾਰ ਇੱਕ ਨਿਮਾਣੇ ਨੂੰ? ਗੁਰੂ ਸਾਹਿਬ ਕਹਿਣ ਲੱਗੇ ਤੂੰ ਕਵਿਤਾ ਸੁਣਾ। ਕਹਿੰਦੇ ਨੇ ਕਵਿਤਾ ਸੁਣਾਈ ਜੀ। ਮਹਾਰਾਜ ਬੜੇ ਆਨੰਦ 'ਚ ਗਏ। ਗੁਰੂ ਸਾਹਿਬ ਨੇ ਕਈ ਘੜੀਆਂ ਕਹਿੰਦੇ ਹੋਰ ਸੁਣਾ, ਹੋਰ ਸੁਣਾ, ਕਵਿਤਾਵਾਂ ਸੁਣਦੇ ਰਹੇ। ਸੱਚੇ ਪਿਤਾ ਜੀ ਨੇ ਨਾ ਆਵਾਜ਼ ਮਾਰੀ ਆਪਣੇ ਜਿਹੜੇ ਖਜ਼ਾਨਚੀ ਦੇ ਹੁੰਦੇ ਸੀ ਨਾ, ਕਹਿੰਦੇ ਰਾਮਚੰਦ ਜੀ ਖਜ਼ਾਨਾ ਕਿੰਨਾ ਤੋਸ਼ੇ ਖਾਨੇ 'ਚ? ਕਹਿੰਦਾ ਗੁਰੂ ਸਾਹਿਬ ਜੀ ਜਦੋਂ ਜੋ ਇਤਿਹਾਸ ਕਹਿੰਦਾ ਕਿ 18,000 ਰਜਤ ਪਨ ਪਏ ਆ। ਰਜਤ ਪਨ ਉਸ ਸਮੇਂ ਨਾ ਚਾਂਦੀ ਦੇ ਸਿੱਕੇ ਚੱਲਦੇ ਹੁੰਦੇ ਸੀ। ਕਹਿੰਦਾ ਮਹਾਰਾਜ ਜੀ 18,000 ਰਜਤ ਪਨ ਪਏ ਆ, ਥੋੜੇ ਵੱਧ ਵੀ ਹੋ ਸਕਦੇ। ਗੁਰੂ ਸਾਹਿਬ ਕਹਿੰਦੇ ਅੱਜ ਗੁਰੂ ਨਾਨਕ ਦੇ ਘਰ 'ਚ ਜਿੰਨਾ ਖਜ਼ਾਨਾ ਪਿਆ ਸਾਰਾ ਕਵੀ ਹੰਸ ਰਾਮ ਦੀ ਝੋਲੀ ਪਾ ਦਿਓ। ਵੇਖੋ ਜਿਹੜਾ ਟਕੇ ਟਕੇ ਦਾ ਮੁਹਤਾਜ ਜੀ ਕਟੋਚ ਰਿਆਸਤ 'ਚੋਂ ਆਇਆ ਸੀ। ਕਹਿੰਦਾ ਮਹਾਰਾਜ ਜੀ ਇੰਨਾ ਧਨ ਨਾ ਦਿਓ, ਕਿਸੇ ਨੇ ਕਹਿਣਾ ਗਰੀਬ ਕੋਲ ਇੰਨਾ ਧਨ ਕਿੱਥੋਂ ਆ ਗਿਆ, ਮੈਂ ਸਾਂਭਾਂਗਾ ਕਿਵੇਂ, ਮੈਨੂੰ ਚੋਰ ਚੱਕੇ ਪੈ ਜਾਣਗੇ। ਗੁਰੂ ਸਾਹਿਬ ਕਹਿੰਦੇ ਤੈਨੂੰ ਰਾਜਾ ਬਣਾਉਣਾ ਸੀ ਅੱਜ, ਤੂੰ ਕਹਿਣਾ ਮੈਂ ਗਰੀਬੀ ਬੜੀ ਵੇਖੀ ਆ, ਤੈਨੂੰ ਤੇ ਰੱਬ ਨੇ ਕਲਾ ਬੜੀ ਦਿੱਤੀ, ਤੈਨੂੰ ਅੱਜ ਰਾਜਾ ਬਣਾ ਕੇ ਭੇਜਣਾ। ਭਾਈ ਦਇਆ ਸਿੰਘ ਨੂੰ ਕਹਿੰਦੇ ਜਿਹੜਾ ਗਵਾਲੀਅਰ ਦੇ ਸੰਗਤ ਹਾਥੀ ਦੇ ਕੇ ਗਈ ਆ ਉਹ ਵੀ ਕਵੀ ਹੰਸ ਰਾਮ ਨੂੰ ਦਿਓ। ਕਹਿੰਦੇ ਆ ਕਿ ਹਾਥੀ ਦਿੱਤਾ, ਹਾਥੀ ਦੇ ਉੱਤੇ ਪਾਲਕੀ ਸਜਾਈ। ਕਹਿੰਦੇ ਕਵੀ ਜੀ ਅੱਜ ਤੋਂ ਬਾਅਦ ਤੁਸੀਂ ਗੁਰੂ ਨਾਨਕ ਦੇ ਘਰ ਤੋਂ ਨਿਵਾਜੇ ਗਏ ਹੋ ਤੇ ਰਾਜੇ ਹਾਥੀਆਂ ਤੇ ਚੜ੍ਹ ਕੇ ਆਉਂਦੇ ਹੁੰਦੇ ਆ। ਕਹਿੰਦੇ ਆ ਕਿ ਜਦੋਂ ਹਾਥੀ ਦਿੱਤਾ, ਪਾਲਕੀ ਦਿੱਤੀ, ਸਾਰਾ ਕੁਝ ਤੇ 11 ਸਿੱਖਾਂ ਦੀ ਡਿਊਟੀ ਲਾਈ। ਕਹਿੰਦੇ ਜਾਓ ਇਹਨੂੰ ਇਹਦੇ ਨਗਰ 'ਚ ਛੱਡ ਕੇ ਆਓ। ਸੰਗਤ ਜੀ ਬੜਾ ਆਨੰਦ ਦੇ ਵਿੱਚ, ਬੜਾ ਚਾਅ ਦੇ ਵਿੱਚ ਆਇਆ ਤੇ ਨਾ ਚਰਨਾਂ ਤੇ ਡਿੱਗ ਕੇ ਕਹਿੰਦਾ ਮਹਾਰਾਜ ਜੀ ਮੈਂ ਮੰਗਿਆ ਕੁਝ ਨਹੀਂ, ਤੁਸੀਂ ਮੈਨੂੰ ਬਹੁਤ ਕੁਝ ਦਿੱਤਾ, ਪਰ ਹੁਣ ਮੈਂ ਕੁਝ ਮੰਗਣ ਲੱਗਾ, ਮੈਨੂੰ ਦੇਣ ਤੋਂ ਇਨਕਾਰ ਤੇ ਨਹੀਂ ਕਰੋਗੇ? ਸਾਡੇ ਵਰਗੇ ਲਾਗੇ ਕਹਿੰਦੇ ਵੇਖਿਆ ਆ ਗਿਆ ਨਹੀਂ ਆਪਣੀ ਗੱਲ ਤੇ, ਲਾਲਚੀ ਇੰਨਾ ਕੁਝ ਲੈ ਕੇ ਵੀ ਰੱਜਿਆ ਹੋਰ ਮੰਗਣ ਲੱਗ ਪਿਆ ਗੁਰੂ ਕੋਲੋਂ। ਪਰ ਉਹਨੇ ਕੀ ਮੰਗਿਆ? ਗੁਰੂ ਸਾਹਿਬ ਜੀ ਤੁਸੀਂ ਮੈਨੂੰ ਹਾਥੀ ਦਿੱਤੇ, ਸਾਰਾ ਖਜ਼ਾਨਾ ਦੇਤਾ, ਸਿੰਘਾਂ ਦੀ ਡਿਊਟੀ ਲਾਤੀ, ਮੈਨੂੰ ਭਿਖਾਰੀ ਤੋਂ ਰਾਜਾ ਬਣਾਤਾ, ਮੈਂ ਕੁਝ ਮੰਗਣ ਲੱਗਿਆ। ਕਹਿੰਦੇ ਕੀ? ਮਹਾਰਾਜ ਜੀ ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦਿਓ। ਗੁਰੂ ਸਾਹਿਬ ਜੀ ਨੂੰ ਕਹਿੰਦਾ। ਦੇਖੋ ਇਸ ਤੋਂ ਪਹਿਲਾਂ ਮਹਾਰਾਜ ਕਹਿੰਦੇ ਆਨੰਦਪੁਰ ਆਂਦਾ ਰਹੀ, ਸੰਗਤ ਜੀ ਚਰਨਾਂ 'ਚ ਇਹੋ ਜਿਹੀ ਥਾਂ ਦਿੱਤੀ 52 ਕਵੀਆਂ 'ਚੋਂ ਇੱਕ ਕਵੀ ਹੰਸ ਰਾਮ ਹੋਏ। ਤੇ ਜਦੋਂ ਆਪਣੀ ਰਿਆਸਤ ਕਟੋਚ ਗਿਆ ਨਾ, ਉੱਥੋਂ ਦਾ ਰਾਜਾ ਸੀ ਕਿਰਪਾਲ ਚੰਦ ਕਟੋਚੀਆ। ਕਹਿੰਦੇ ਕਿ ਉਹਨੇ ਵੇਖਿਆ ਕਿ ਘੋੜ ਸਵਾਰ ਹਾਥੀ ਤੇ ਪਾਲਕੀ ਤੇ ਨਗਾਰਾ ਵੱਜਦਾ ਆ ਰਿਹਾ, ਕੌਣ ਆ ਰਿਹਾ ਇੰਨਾ ਲੱਦਿਆ ਹੋਇਆ। ਜਦੋਂ ਆਇਆ ਤੇ ਉਹਨੇ ਸਲਾਮ ਕੀਤੀ, ਆ ਗਈ ਕੋਈ ਰਾਜਾ ਆਉਂਦਾ ਪਿਆ। ਉਹ ਰੋ ਪਿਆ ਜੀ। ਉਹ ਕਹਿੰਦਾ ਕਟੋਚੀਆ ਰਾਜਾ ਕਹਿੰਦਾ ਰੋਇਆ ਕਿਉਂ? ਕਹਿਣ ਲੱਗਾ ਮੈਂ ਕੱਲ ਤੱਕ ਭਿਖਾਰੀ ਸਾਂ, ਮੈਨੂੰ ਮੇਰਾ ਨਾਂ ਨਹੀਂ ਸੀ ਲੋਕ ਚੱਜ ਨਾਲ ਬੁਲਾਉਂਦੇ, ਤੈਨੂੰ ਪਤਾ ਨਹੀਂ ਮੈਂ ਕੌਣ ਆ, ਮੈਂ ਕਵੀ ਹੰਸ ਰਾਮ ਆ। ਉਹ ਕਹਿਣ ਲੱਗਾ ਕਿ ਤੈਨੂੰ ਨਵਾਜਿਆ ਕਿੰਨੇ, ਤੂੰ ਆਇਆ ਕਿੱਥੋਂ ਆ?
ਕਹਿਣ ਲੱਗਾ ਮੈਂ ਰਾਜਾ ਕੋਈ ਨਹੀਂ, ਮੈਂ ਆਨੰਦਪੁਰ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੇ ਘਰ ਦਾ ਮੰਗਤਾ ਜੇ। ਸੁਣਿਓ, ਕਹਿੰਦੇ ਹਾਥੀ ਤੇ ਸਵਾਰ ਹੋਵੇ, ਸਭ ਤੋਂ ਵੱਡੀ ਰਕਮ ਉਹਦੇ ਕੋਲ ਹੋਵੇ, ਨਗਾਰੇ ਵੱਜਦੇ ਹੋਵਣ, ਸਿੰਘਾਂ ਦਾ ਪਹਿਰਾ ਹੋਵੇ, ਸਿਰ ਤੇ ਪਾਲਕੀ ਹੋਵੇ, ਤੇ ਕਹਿਣ ਲੱਗਾ ਤੂੰ ਮੰਗਤਾ ਏ? ਕਹਿੰਦਾ ਬਿਲਕੁਲ ਮੈਂ ਮੰਗਤਾ ਗੁਰੂ ਗੋਬਿੰਦ ਸਿੰਘ ਦਾ। ਕਹਿੰਦਾ ਮੈਨੂੰ ਉਸ ਰਾਜੇ ਕੋਲ ਫਿਰ ਲੈ ਕੇ ਤੇ ਚੱਲ, ਜਿਹਦੇ ਮੰਗਤੇ ਹਾਥੀਆਂ ਤੇ ਆਉਂਦੇ, ਉਹ ਪਾਤਸ਼ਾਹ ਕਿੱਡਾ ਧਨੀ ਹੋਵੇਗਾ। ਇਹ ਹੈ ਗੁਰੂ ਨਾਨਕ ਸੱਚਾ ਪਿਤਾ। ਤੇ ਮੈਨੂੰ ਇੱਥੇ ਭਾਈ ਨੰਦ ਲਾਲ ਜੀ ਦੀਆਂ ਤੁਕਾਂ ਯਾਦ ਆਉਂਦੀਆਂ, ਨਾਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ, ਜਿਹਦਾ ਕੋਈ ਆਸਰਾ ਨਹੀਂ। ਸੰਗਤ ਜੀ ਆਓ ਆਪਣੇ ਬਾਜਾਂ ਵਾਲੇ ਦਾ ਆਸਰਾ ਲਓ। ਮਹਾਰਾਜ ਜਦੋਂ ਆਸਰੇ ਬਣ ਜਾਣ ਤੇ ਦੁਨੀਆ ਦੇ ਧਨ ਦੀ ਵੀ ਕਮੀ ਨਹੀਂ ਆਣ ਦਿੰਦੇ, ਆਪਣੇ ਚਰਨਾਂ 'ਚ ਤੇ ਥਾਂ ਦੇਣੀ ਦੇਣੀ ਮਹਾਰਾਜ। ਤਾਂ ਕਰਕੇ ਕਹਿੰਦੇ ਨਾ, ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਜਿਹਦਾ ਕੋਈ ਯਾਰ ਨਹੀਂ, ਕੋਈ ਮਿੱਤਰ ਨਹੀਂ, ਕੋਈ ਭਾਈਵਾਲ ਨਹੀਂ। ਓਏ ਉਹ ਗੁਰੂ ਨਾਨਕ ਦੀ ਸ਼ਰਨ ਆਵੇ, ਗੁਰੂ ਨਾਨਕ ਇਹੋ ਜੀ ਗੱਲ ਵਕੜੀ 'ਚ ਲੈਂਦਾ, ਨਾ ਇੱਥੇ ਛੱਡਦਾ ਤੇ ਨਾ ਉੱਥੇ ਦੂਰ ਕਰਦਾ। ਸੋ ਇਹ ਹੈ ਗੁਰੂ ਜੀ ਦੀ ਵਡਿਆਈ। ਸੰਗਤ ਆਓ ਆਖਰੀ ਅਰਥ ਕਰਕੇ ਸਮਾਪਤੀ ਕਰੀਏ। ਅਸੀਂ ਅੱਜ ਵਿਸ਼ਾ ਲਿਆ ਉਦਮ ਕਰਤ ਆਨੰਦ ਪਿਆ, ਸਿਮਰ ਸੁਖਸਾਰ। ਅਖੀਰ ਤੇ ਮਹਾਰਾਜ ਨੇ ਕਿਹਾ, ਚਰਨ ਕਮਲ ਗੁਰ ਕੇ ਜਪਤ, ਜਿਹੜੇ ਵਾਹਿਗੁਰੂ ਜੀ ਦੀ ਬਾਣੀ ਰੂਪੀ ਚਰਨ, ਗੁਰੂ ਨਾਮ ਰੂਪੀ ਚਰਨ ਜਪਦੇ ਰਹਿੰਦੇ ਆ, ਹਰ ਜਪ ਹਉ ਜੀਵਾ, ਉਹ ਆਤਮਿਕ ਜ਼ਿੰਦਗੀ ਜਿਉਂਦੇ ਰਹਿੰਦੇ ਨੇ। ਪਾਰ ਬ੍ਰਹਮ ਅਰਾਧ ਤੇ ਜਿਹੜੇ ਵਾਹਿਗੁਰੂ ਜੀ ਨੂੰ ਅਰਾਧਦੇ ਰਹਿੰਦੇ ਆ, ਮੁਖ ਅੰਮ੍ਰਿਤ ਪੀਵਾ, ਉਹ ਤੇ ਨਾਮ ਦਾ ਸ਼ਬਦ ਦਾ ਰੋਜ਼ ਅੰਮ੍ਰਿਤ ਛਕਦੇ ਨੇ। ਰਹਾਓ ਵਿਸ਼ਰਾਮ ਦੇ ਕੇ ਸਮਝਾਉਂਦੇ, ਜੀ ਜੰਤ ਸਭ ਸੁਖ ਵਸੇ, ਵਾਹਿਗੁਰੂ ਜੀ ਤੋਂ ਨਵਾਜੇ ਹੋਏ ਸਭ ਜੀ ਜੰਤ ਸੁਖੀ ਵਾਸਤੇ, ਸਭ ਕੈ ਮਨ ਲੋਚ, ਕਿਉਂਕਿ ਉਹਨਾਂ ਦੇ ਮਨ 'ਚ ਇਹ ਲੋਚਾ ਹੁੰਦੀ ਭਗਤੀ ਨਾਮ ਬਾਣੀ ਦੀ। ਪਰਉਪਕਾਰ ਨਿਤ ਚਿਤਵਤੇ, ਤੇ ਜਿਹੜੇ ਗੁਰੂ ਤੋਂ ਨਿਵਾਜੇ ਜਾਂਦੇ ਨਾ, ਉਹਨਾਂ ਦੇ ਹਮੇਸ਼ਾ ਫੁਰਨਿਆਂ ਵਿੱਚੋਂ, ਚਿਤਵਣੀ ਵਿੱਚੋਂ, ਬੋਲਾਂ ਵਿੱਚੋਂ, ਸੰਗਤ ਜੀ ਕਹਿ ਲਓ ਹਰ ਕਰਮ ਵਿੱਚੋਂ ਪਰਉਪਕਾਰ ਹੀ ਨਿਕਲੇਗਾ। ਦੂਜਿਆਂ ਦੇ ਭਲੇ ਦੀ ਆਵਾਜ਼ ਹੀ ਉੱਠੂਗੀ, ਨਾ ਹੀ ਕੱਛ ਪੋਚ। ਤੇ ਪੋਚ ਕਹਿੰਦੇ ਨੇ ਪਾਪਾਂ ਨੂੰ, ਉਹ ਬਿਲਕੁਲ ਵੀ ਪਾਪਾਂ ਵਧੀਆਂ ਦੇ ਰਾਹ ਤੇ ਨਹੀਂ ਤੁਰਦੇ। ਧਨ ਸੋ ਥਾਨ, ਉਹ ਥਾਂ ਧਨ ਹੈ, ਭਾਵੇਂ ਗੁਰੂ ਘਰ ਹੋਵੇ, ਭਾਵੇਂ ਸਾਡੇ ਘਰ ਕੋਈ ਥਾਂ ਹੋਵੇ। ਬਸੰਤ ਧਨ, ਬਸੰਤ ਰੁੱਤ ਨਹੀਂ, ਬਸੰਤ ਦਾ ਭਾਵ ਵਸਦੇ ਨੇ ਜਿਨ੍ਹਾਂ ਥਾਵਾਂ ਤੇ ਭਗਤੀ ਕਰਨ ਵਾਲੇ। ਜਹ ਜਪੀਐ ਨਾਮ, ਜਿਸ ਥਾਂ ਨਾਮ ਜਪਿਆ ਜਾਂਦਾ, ਮਹਾਰਾਜ ਕਹਿੰਦੇ ਉਹ ਥਾਂ ਧਨ ਨੇ ਭਾਈ, ਉਹ ਗ੍ਰਾਮ ਧਨ ਨੇ, ਉਹ ਹਿਰਦੇ ਧਨ ਨੇ। ਕਥਾ ਕੀਰਤਨ ਹਰ ਅਤ ਕਣਾ, ਸੁਖ ਸਹਿਜ ਵਿਸਰਾਮ। ਰੱਬ ਦੀ ਕਥਾ ਬਾਣੀ ਦੀ ਤੇ ਬਾਣੀ ਦਾ ਕੀਰਤਨ ਬਹੁਤ ਵੱਡਾ ਸੁਖ ਹਿਰਦੇ 'ਚ ਵਸਾ ਦਿੰਦਾ, ਬੜੀ ਸਹਿਜਤਾ ਦੀ ਦਾਤ। ਤੇ ਜਿਹੜਾ ਮਨ ਭਟਕਦਾ ਰਹਿੰਦਾ ਨਾ, ਉਹਨੂੰ ਵਿਸ਼ਰਾਮ ਦੇ ਦਿੰਦੀ ਆ ਕਥਾ ਕੀਰਤਨ ਦੀ ਦਾਤ। ਮਨ ਤੇ ਕਦੇ ਨਾ ਵਿਸਰੇ। ਇਸ ਕਰਕੇ ਆਓ ਉਸ ਗੁਰੂ ਨੂੰ ਕਦੇ ਮਨ ਤੋਂ ਦੂਰ ਨਾ ਕਰੀਏ। ਕਿਹਨੂੰ? ਅਨਾਥ ਕੋ ਨਾਥ, ਜਿਹਦੀ ਹੁਣੇ ਅਸੀਂ ਵਡਿਆਈ ਸੁਣੀ, ਜਿਹੜਾ ਅਨਾਥਾਂ ਦਾ ਨਾਥ ਹੈ। ਨਾਨਕ ਪ੍ਰਭ ਸਰਨਾਗਤੀ, ਹਮੇਸ਼ਾ ਉਸ ਵਾਹਿਗੁਰੂ ਜੀ ਦੀ ਸ਼ਰਨ ਰਹੀਏ। ਜਾ ਕੇ ਸਭ ਕਿਛ ਹਾਥ, ਜਿਹੜਾ ਪ੍ਰਮਾਤਮਾ ਸੰਗਤ ਜੀ ਬਹੁਤ ਕੁਝ ਕਰਨ ਦੇ ਯੋਗ ਹੈ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।